ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਮ ਕਰੀ ਵਖਿਆਣ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਮ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਗੁਰ ਹਰਗੋਬਿੰਦ ਸ਼ਬਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁਣ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁਣ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ
ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਚੌਪਈ। ਜੇ ਵਡ ਸਾਹਿਬ ਤੇ ਵਡ ਦਾਤ, ਕਬਹੂ ਪਾਰ ਨ ਪਾਇਓ ਜਾਤ। ਕਰੁਣਾ ਮੈਂ ਨਿਤ ਜੋਤ ਸਰੂਪੰ, ਸਭ ਬਿਦ ਸ੍ਰੀ ਕਰਤਾਰ ਅਨੂਪੰ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਵਡ ਸਾਹਿਬ ਤੇ ਵਡ ਦਾਤ, ਕਬਹੂ ਪਾਰ ਨ ਪਾਇਓ ਜਾਤ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਦੋਂ ਸਾਰੇ ਸਿੱਧ ਨਿਮਰਤਾ ਦੇ ਵਿੱਚ ਆ ਗਏ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਉਸ ਬਾਲਕ ਦੇ ਉੱਤੇ ਕਿਰਪਾ ਕੀਤੀ, ਪਹਿਲੋਂ ਬਲਦੀ ਹੋਈ ਅੱਗ ਦੇ ਵਿੱਚ ਬਿਠਾਇਆ ਔਰ ਸਵਾ ਪੈਰ ਅੱਗ ਦੇ ਵਿੱਚ ਬੱਚਾ ਬੈਠਾ। 12 ਸਾਲ ਦੇ ਉਸ ਬਾਲਕ ਨੂੰ, ਸੰਤ ਬਾਲਕ ਨੂੰ, ਜਿਹਦਾ ਨਾਂ ਹੀ ਸੰਗਤੀਆ ਹੈ, ਜਦੋਂ ਸਤਿਗੁਰੂ ਜੀ ਪੁੱਛਦੇ ਨੇ ਕਿ ਬੱਚਿਆ ਹੁਣ ਮੰਗ, ਜੋ ਮੰਗੇਗਾ ਉਹੀ ਮਿਲੇਗਾ, ਔਰ ਬੱਚੇ ਨੇ ਮੰਗਿਆ ਤੇ ਫਿਰ ਆਪਣੇ ਵਾਸਤੇ ਨਹੀਂ ਕਹਿੰਦਾ ਸਤਿਗੁਰੂ ਜੀ ਇਹ ਜੋ ਸਿੱਧ ਬੈਠੇ ਨੇ, ਇਹ ਜੋ ਅਜਿੱਤਾ ਰੰਧਾਵਾ ਬੈਠਾ ਹੈ, ਆਪਣੇ ਕੀਤੇ ਤੇ ਪਛਤਾ ਰਹੇ ਨੇ, ਇਹਨਾਂ ਦੀਆਂ ਤਾਕਤਾਂ, ਇਹਨਾਂ ਦੀਆਂ ਸ਼ਕਤੀਆਂ ਕਿਰਪਾ ਕਰੋ, ਇਹਨਾਂ ਨੂੰ ਵਾਪਸ ਬਖਸ਼ ਦਿਓ। ਔਰ ਇਹ ਸੁਣ ਕੇ ਸਾਰੇ ਸਿੱਧ ਜਿਹੜੇ ਨੇ ਇੱਕੋ ਗੱਲ ਕਹਿੰਦੇ ਨੇ ਕਿ ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਹਾਡੀ ਸਿੱਖੀ ਧੰਨ ਹੈ, ਤੁਹਾਡੇ ਸਿੱਖ ਧੰਨ ਨੇ, ਕਿਉਂਕਿ ਕਿਸੇ ਸਿੱਧ ਨੇ ਨਹੀਂ ਮੰਗਿਆ ਕਿ ਸਾਡੀਆਂ ਤਾਕਤਾਂ ਵਾਪਸ ਦੇ ਦਿਓ, ਪਰ ਤੁਹਾਡੇ ਸਿੱਖ ਨੇ ਮੰਗਿਆ ਤੇ ਮੰਗਿਆ ਆਪਣੇ ਵਾਸਤੇ ਨਹੀਂ, ਸਾਡੇ ਲਈ ਮੰਗਿਆ ਹੈ। ਇਹ ਸਾਰੀਆਂ ਤੁਹਾਡੀਆਂ ਤਾਕਤਾਂ ਨੇ, ਤੁਹਾਡੀ ਹੀ ਕਿਰਪਾ ਹੈ। ਹੁਣ ਇਹਦੇ ਜਵਾਬ ਦੇ ਵਿੱਚ ਗੁਰੂ ਸਾਹਿਬ ਜੀ ਅੱਗੇ ਕਹਿ ਰਹੇ ਨੇ ਬਈ ਇਹ ਤਾਕਤਾਂ ਸਾਡੀਆਂ ਨਹੀਂ, ਇਹ ਉਸ ਵੱਡੇ ਮਾਲਕ ਦੀਆਂ ਨੇ, ਜਿੱਡਾ ਵੱਡਾ ਆਪ ਹੈ ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ, ਕਿਉਂਕਿ ਉਹ ਜੋਤ ਸਰੂਪ ਪਰਮੇਸ਼ਰ ਐਡਾ ਕੋ ਕਿਰਪਾਲੂ ਹੈ, ਉਹਦੀਆਂ ਦਾਤਾਂ ਦਾ ਅੰਤ ਨਹੀਂ। ਕਰੁਣਾ ਮੈਂ ਨਿਤ ਜੋਤ ਸਰੂਪੰ, ਸਭ ਬਿਦ ਸ੍ਰੀ ਕਰਤਾਰ ਅਨੂਪੰ। ਉਸ ਸ੍ਰੀ ਕਰਤਾਰ ਦੀ ਉਪਮਾ ਕਿਸੇ ਦੇ ਨਾਲ ਨਹੀਂ ਕੀਤੀ ਜਾ ਸਕਦੀ, ਉਹ ਅਨੁਪਮ ਹੈ। ਉਸੇ ਤਰ੍ਹਾਂ ਦੀ ਤਾਕਤਾਂ ਵੀ ਅਨੁਪਮ ਨੇ। ਕਿਰਪਾ ਦ੍ਰਿਸ਼ਟ ਦੇਖਤ ਹੈ ਜਾਕੋ, ਦਾਨ ਨਾਮ ਕੋ ਦੇਵਤ ਹੈ ਤਾਕੋ।
ਸਤਿਗੁਰੂ ਇਹ ਕਹਿੰਦੇ ਨੇ ਪਰਮੇਸ਼ਰ ਆਪ ਹੀ ਕਿਰਪਾ ਦੀ ਦ੍ਰਿਸ਼ਟੀ ਨਾਲ ਜਿੱਧਰ ਵੇਖਦਾ ਹੈ ਉਹਨੂੰ ਨਾਮ ਦੀ ਦਾਤ ਦਿੰਦਾ ਹੈ। ਮਾਨ ਅਮਾਨ ਸੁਤੇ ਛੁਟ ਜਾਹੀ, ਸੁਖ ਕੇ ਸਹਿਤ ਪਰਮ ਪਦ ਪਾਹੀ। ਤੇ ਜਿੰਦੇ ਕਿਰਪਾ ਦੀ ਦ੍ਰਿਸ਼ਟੀ ਜਿੰਦੇ ਉੱਤੇ ਰੱਬ ਦੀ ਹੋ ਜੇ, ਕਰਤਾਰ ਦੀ ਹੋ ਜੇ, ਸਤਿਗੁਰੂ ਕਹਿੰਦੇ ਫਿਰ ਸੁੱਤੇ ਸੇ ਤੋਂ ਉਹ ਮਾਣ ਤੇ ਅਪਮਾਨ ਤੋਂ ਛੁੱਟ ਜਾਂਦੇ ਨੇ। ਉਹਨਾਂ ਨੂੰ ਫਿਰ ਮਾਣ ਅਪਮਾਨ ਦੀ ਪਰਵਾਹ ਨਹੀਂ। ਉਹ ਕਿ ਸੁਖ ਕੇ ਸਹਿਤ ਪਰਮ ਪਦ ਪਾਹੀ, ਬਸ ਉਹ ਤੇ ਪਰਮ ਆਨੰਦ ਵਿੱਚ ਟਿਕਦੇ ਨੇ। ਉਹ ਤੇ ਦੁੱਖ ਨੂੰ ਵੀ ਸੁੱਖ ਕਰਕੇ ਹੰਡਾ ਜਾਂਦੇ ਨੇ। ਸਤਿਗੁਰੂ ਕੇ ਵੱਡੇ ਵਡਿਆਈ, ਭੇਦ ਪਾਰ ਨਹਿ ਪਾਇਓ ਜਾਈ। ਸਤਿਗੁਰੂ ਜੀ ਕਹਿੰਦੇ ਨੇ ਉਸ ਰੱਬ ਦੀ ਕਰਤਾਰ ਦੀ ਹੀ ਵੱਡੀ ਵਡਿਆਈ ਹੈ ਭਾਈ। ਉਹਦੀਆਂ ਵਡਿਆਈਆਂ ਦਾ ਭੇਦ ਨਹੀਂ ਪਾਇਆ ਜਾ ਸਕਦਾ। ਇਸ ਬਿਦ ਕਹਿ ਕਰ ਕਿਰਪਾ ਨਿਧਾਨਾ, 301 ਸਲੋਕ ਬਖਾਨਾ। ਕਿਰਪਾ ਦੇ ਕਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕਹਿ ਕੇ ਉਹਨਾਂ ਸਿੱਧਾਂ ਦੇ ਪਰਥਾਏ ਕੇ ਫਿਰ ਸਲੋਕ ਉਚਾਰਨ ਕੀਤਾ। ਸਤਿਗੁਰੂ ਦੀ ਬਾਣੀ ਦਾ ਪਾਵਨ ਬਚਨ ਹੈ ਅੰਗ ਨੰਬਰ 147। ਸ਼ਲੋਕ ਮਹਲਾ ਪਹਿਲਾ। ਪਹਿਰਾ ਅਗਣ ਹਿਵੈ ਘਰ ਬੰਧਾ, ਭੋਜਨ ਸਾਰ ਕਰਾਈ। ਹੁਣ ਇਸ ਪਦ ਦੇ ਅੱਖਰੀ ਅਰਥ ਕਰਦੀ ਹੈ। ਸਤਿਗੁਰੂ ਕਹਿੰਦੇ ਨੇ ਰੱਬ ਪਰਮੇਸ਼ਰ ਇੰਨਾ ਬੇਅੰਤ ਹੈ, ਉਹਦੇ ਕੋਲੋਂ ਤਾਕਤਾਂ ਲੈ ਕੇ ਜੇ ਇੰਨੀਆਂ ਤਾਕਤਾਂ ਦੇਵੇ ਕਿ ਅੱਗ ਦੇ ਹੀ ਕੱਪੜੇ ਬਣਾ ਕੇ ਆਪਣੇ ਸਰੀਰ 'ਤੇ ਪਾਏ ਜਾ ਸਕਣ। ਹਿਵੈ ਘਰ ਬੰਧਾ, ਬਰਫ਼ ਦਾ ਘਰ ਬਣਾ ਕੇ ਉਸ ਘਰ ਦੇ ਵਿੱਚ ਰਹਿਣਾ ਸ਼ੁਰੂ ਕਰਦੇ। ਭੋਜਨ ਸਾਰ ਕਰਾਈ, ਲੋਹਾ ਜਿਹੜਾ ਚੱਬਿਆ ਨਹੀਂ ਜਾ ਸਕਦਾ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਉਹਦੀਆਂ ਤਾਕਤਾਂ ਦਾ ਅੰਤ ਨਹੀਂ ਗਾ, ਉਸ ਲੋਹੇ ਨੂੰ ਭੋਜਨ ਬਣਾ ਕੇ ਚੱਬ ਕੇ ਖਾ ਜਾਣਾ। ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ। ਦੁਨੀਆ ਦੇ ਜਿੰਨੇ ਦੁੱਖ ਨੇ ਉਹਨੂੰ ਪਾਣੀ ਸਮਝ ਕੇ ਪੀ ਜਾਣਾ। ਇੰਨੇ ਵੀ ਤਾਕਤ ਮਿਲ ਜੇ ਕਿ ਸਾਰੇ ਧਰਤੀ ਨੂੰ ਹਿੱਕ ਕੇ ਅੱਗੇ ਲਾ ਕੇ ਲੈ ਜਾਵਾਂ। ਤਰ ਤਰਾਜੇ ਅੰਬਰ ਤੋਲੇ, ਪਿੱਛੇ ਟੰਕ ਚੜਾਈ। ਕਹਿੰਦੇ ਇਹ ਜਿਹੜੀ ਧਰਤੀ ਹੈ, ਇਹ ਜਿਹੜਾ ਆਕਾਸ਼ ਹੈ, ਇਸ ਆਕਾਸ਼ ਨੂੰ ਤੇ ਧਰਤੀ ਨੂੰ ਇੱਕ ਤਰਾਜੂ ਦੇ ਵਿੱਚ ਪਾ ਕੇ, ਇਹ ਕਹਿੰਦੇ ਕਿ ਤੱਕੜੀ ਦੇ ਇੱਕ ਪੱਲੇ ਵਿੱਚ ਇਹ ਪਾ ਕੇ ਧਰਤੀ ਤੇ ਸਮਾਨ, ਤੇ ਦੂਜੇ ਪਾਸੇ ਇੱਕ ਛੋਟਾ ਜਿਹਾ ਵੱਟਾ ਪਾ ਕੇ, ਚਾਰ ਮਾਸਿਆਂ ਦਾ ਵੱਟਾ ਪਾ ਕੇ ਉਹਨੂੰ ਮੈਂ ਤੋੜ ਦਿਆਂ। ਇੰਨੀ ਤਾਕਤ ਵੀ ਜੇ ਰੱਬ ਪਰਮੇਸ਼ਰ ਦੇ ਦੇਵੇ। ਜੇ ਵੜ ਵੱਡਾ ਮਾਵਾ ਨਹੀਂ, ਸਮਸੈ ਨੱਥ ਚਲਾਈ। ਜੇ ਏਡਾ ਵੱਡਾ ਵੀ ਹੋ ਜਾਵਾਂ ਸਰੀਰ ਕਰਕੇ ਕਿ ਸਾਰਿਆਂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਨੱਕ ਤੋਂ ਫੜ ਕੇ ਉਹਨਾਂ ਨੂੰ ਆਪਣੇ ਪਿੱਛੇ ਲਾਈ ਫਿਰਾਂ। ਏਤਾ ਤਾਣ ਹੋਵੇ ਮਨ ਅੰਦਰ, ਕਰੇ ਪੇ ਆਖ ਕਰਾਈ। ਤਨ ਦੇ ਵਿੱਚ ਸਰੀਰ ਦੇ ਵਿੱਚ ਇੰਨਾ ਤਾਣ ਹੋਵੇ, ਇੰਨੀ ਤਾਕਤ ਹੋਵੇ ਕਿ ਜੋ ਕੁਛ ਮੈਂ ਆਪ ਬੋਲਾਂ ਤੇ ਉਹ ਕੁਛ ਮੈਂ ਜੇ ਚਾਹਾਂ ਤੇ ਸਾਰੀ ਦੁਨੀਆ ਬੋਲੇ, ਉਹਨਾਂ ਨੂੰ ਉਹ ਕੁਛ ਬੁਲਾ ਸਕਾਂ। ਕਹਿੰਦੇ ਇਹ ਤਾਕਤ ਰੱਬ ਕੋਲ ਨੇ, ਉਹ ਦੇ ਸਕਦਾ ਹੈ, ਪਰ ਨਾਲ ਫਿਰ ਕਿਰਪਾ ਕੀਤੇ ਕਰਦੇ ਨੇ। ਜੇ ਵੜ ਸਾਹਿਬ ਤੇ ਵੜ ਦਾਤੇ, ਦੇ ਕਰੇ ਰਜ਼ਾਈ। ਕਿਉਂਕਿ ਜਿੱਡਾ ਵੱਡਾ ਸਾਹਿਬ ਹੈ ਨਾ, ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਉਹ ਆਪਣੀ ਰਜ਼ਾ ਦੇ ਵਿੱਚ ਜਿਹਨੂੰ ਭਾਵੇਂ ਉਹਨੂੰ ਦਿੰਦਾ ਵੀ ਹੈ। ਨਾਨਕ ਨਦਰ ਕਰੇ ਜਿਸੇ ਉੱਪਰ, ਸੱਚ ਨਾਮ ਵਡਿਆਈ। ਉਸ ਮਾਲਕ ਦੀ ਆਪਣੀ ਵੱਡੀ ਵਡਿਆਈ ਹੈ ਜਿਹਦੇ ਉੱਤੇ ਨਦਰ ਕਰਦਾ ਹੈ। ਸੱਚੇ ਨਾਮ ਦੀ ਵਡਿਆਈ ਵੀ ਉਹਨੂੰ ਹੀ ਬਖਸ਼ਿਸ਼ ਕਰਦਾ ਹੈ। ਇਹ ਸ਼ਲੋਕ ਸੁਣ ਕੇ ਸਭ ਸਿੱਧਣ, ਸਤਿ ਮਾਨ। ਸਤਿਗੁਰੂ ਜੀ ਦੇ ਪਾਵਨ ਸ਼ਲੋਕ ਸੁਣ ਕੇ ਸਿੱਧਾ ਨੇ ਇਹਨੂੰ ਸਤ ਕਰਕੇ ਮੰਨਿਆ ਕਿ ਸਤਿਗੁਰੂ ਜੀ ਹੈ ਤੇ ਬਿਲਕੁਲ ਸਤ। ਇਸੇ ਤਰ੍ਹਾਂ ਹੀ ਹੈ। ਗੋਰਖ ਆਦ ਤੇ ਦੇਣ ਹੈ ਬੰਦੇ ਜੋਰਤ ਪਾਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਅੱਗੇ ਜੋਗੀ ਮੰਗਲਨਾਥ, ਪ੍ਰਾਨਨਾਥ ਕੁਝ ਕੁ ਸਨ।
ਜਿਹੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਝੁੱਕ ਕੇ ਸੱਚਮੁੱਚ ਉਹਨਾਂ ਨੇ ਆਪਣਾ ਗੁਰੂ ਮੰਨ ਲਿਆ ਸੀ, ਨਮਸਕਾਰ ਕਰ ਦਿੱਤੀ ਸੀ। ਅੱਜ ਗੋਰਖਨਾਥ ਸਮੇਤ ਸਾਰੇ ਸਿੱਧ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਕੇ ਸਭ ਨੇ ਨਮਸਕਾਰ ਕਰ ਦਿੱਤੀ। ਅਪਰ ਸਿੱਧ ਸਭ ਬਿਨੈ ਅਲਾਵੈ, ਭੰਗਰ ਨਾਥ ਨਾ ਸੀਸ ਨਿਵਾਵੈ। ਹੁਣ ਇੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਬਾਲਾ ਜੀ ਦੱਸ ਰਹੇ ਨੇ ਕਿ ਇਹ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਗੋਰਖਨਾਥ ਸਣੇ ਬਾਕੀ ਤੇ ਸਾਰੇ ਸਿੱਧਾਂ ਨੇ ਜਿਹੜੇ 84 ਸਨ, ਉਹਨਾਂ ਵਿੱਚੋਂ ਕਹਿ ਲਏ ਕਿ 83 ਸਿੱਧਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰ ਦਿੱਤੀ, ਆਪਣਾ ਗੁਰੂ ਮੰਨ ਲਿਆ। ਪਰ ਭੰਗਰ ਨਾਥ ਨੇ ਸੀਸ ਨਿਵਾਵੈ, ਉਹਨਾਂ ਵਿੱਚੋਂ ਭੰਗਰ ਨਾਥ ਹਜੇ ਵੀ ਐਸਾ ਹੈ ਕਿ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਝੁਕਿਆ ਨਹੀਂ ਸੀ, ਸੀਸ ਨਹੀਂ ਸੀ ਨਿਵਾ ਰਿਹਾ। ਇਸ ਵੇਦ ਬਚਨ ਕਹਿਤ ਪਾਤ ਬਹਿ, ਪਸ਼ਚਮ ਸੁਰ ਸੁਰ ਬਹੇ ਨ ਕਬਹਿ। ਗੋਰਖਨਾਥ ਇਹਨਾਂ ਸਾਰਿਆਂ ਦਾ ਗੁਰੂ ਸੀ, ਕਹਿ ਲਈਏ ਕਿ ਇਹਨਾਂ ਸਾਰਿਆਂ ਦਾ ਮੁਖੀ ਸੀ ਜਾਂ ਗੁਰੂ ਸੀ। ਜਦੋਂ ਉਹਨੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਨਿਵਾ ਦਿੱਤਾ, ਭੰਗਰਨਾਥ ਉੱਠ ਕੇ ਖਲੋ ਗਿਆ ਤੇ ਐਨ ਗੁੱਸੇ ਵਿੱਚ ਆ ਕੇ ਨਾ ਕਹਿੰਦਾ, ਦੇਖੋ ਕਦੇ ਗੰਗਾ ਵੀ ਪੁੱਠੇ ਪਾਸੇ ਨੂੰ ਚੱਲੀ ਹੈ, ਕਦੇ ਕਿਸੇ ਨੇ ਦੇਖਿਆ ਕਿ ਗੰਗਾ ਜਿਹੜੀ ਪੱਛਮ ਵਾਲੇ ਪਾਸੇ ਚੱਲ ਜਾਏ। ਅਸਤਨਾ ਪ੍ਰਾਚੇ ਸਵਤਾ ਪਹਿਓ, ਧਾਰ ਪੰਖ ਨਹਿ ਮੇਰ ਉਡਿਓ। ਕਹਿੰਦੇ ਅੱਜ ਤੱਕ ਕਦੇ ਕਿਸੇ ਨੇ ਦੇਖਿਆ ਹੈ ਕਿ ਸੂਰਜ ਜਿਹੜਾ ਪੱਛਮ ਵਾਲੇ ਪਾਸੇ ਜਾ ਕੇ ਛਿਪਦਾ ਤੇ ਉਹ ਪੂਰਬ ਵਾਲੇ ਪਾਸੇ ਛਿਪ ਜੇ। ਇਹ ਅੱਜ ਤੱਕ ਕਦੇ ਕਿਸੇ ਨੇ ਦੇਖਿਆ ਕਿ ਸਮੇਰ ਪਰਬਤ ਹੋਵੇ ਔਰ ਖੰਭ ਲਾ ਕੇ ਉੱਡ ਜੇ। ਹਮ ਹੈ ਸਿੱਧ ਜੇ ਗ੍ਰਿਸ਼ਤ ਅਗਾਰੀ, ਨਮੋ ਕਰੈ ਅਸ ਮੰਜਸ ਭਾਰੀ। ਹੁਣ ਭੰਗਰਨਾਥ ਇਹਨਾਂ ਹੰਕਾਰ ਦੇ ਵਿੱਚ ਆ ਗਿਆ ਸਾਰਾ ਕੁਝ ਵੇਖ ਕੇ। ਕਹਿੰਦਾ ਹੋ ਸਕਦਾ ਕਿ ਗੰਗਾ ਤੇ ਪੱਛਮ ਵਾਲੇ ਪਾਸੇ ਚੱਲ ਜਾਏ, ਹੋ ਸਕਦਾ ਕਿ ਜਿਹੜਾ ਸੂਰਜ ਹੈ ਉਹ ਤੇ ਪੂਰਬ ਵਾਲੇ ਪਾਸੇ ਨੂੰ ਵੀ ਜਾ ਕੇ ਡੁੱਬ ਜਾਏ, ਹੋ ਸਕਦਾ ਸਮੇਰ ਪਰਬਤ ਖੰਭ ਲਾ ਕੇ ਉੱਡ ਜਾਏ। ਪਰ ਅਸੀਂ ਸਿੱਧ ਹੁੰਦੇ ਹਾਂ, ਅਸੀਂ ਸਿੱਧ ਗ੍ਰਸਤੀ ਅੱਗੇ ਨਹੀਂ ਝੁਕ ਸਕਦੇ। ਨਮੋ ਕਰੈ ਅਸ ਮੰਜਸ ਭਾਰੀ, ਇਹਦੇ ਵਿੱਚ ਤਾਂ ਬੜੀ ਪੁੱਠੀ ਗੱਲ ਹੈ। ਇਹਦੇ ਨਾਲ ਵੀ ਜ਼ਿਆਦਾ ਪੁੱਠੀ ਕਿ ਪਰਬਤ ਖੰਭ ਲਾ ਕੇ ਉੱਡ ਜਾਏ। ਉਡਿਓ ਆਕਾਸ਼ ਵਿਖੇ ਕਹੇ ਐਸੇ, ਜਾਤ ਬਿਹੰਗ ਯੁੱਤ ਬਨ ਕੇ ਜੈਸੇ। ਹੰਕਾਰ ਦੇ ਵਿੱਚ ਏਡੇ ਵੱਡੇ ਵੱਡੇ ਬੋਲ ਕਹਿ ਕੇ ਭੰਗਰਨਾਥ ਉਹਨਾਂ ਸਾਰਿਆਂ ਦੇ ਵਿੱਚ ਉੱਡ ਗਿਆ ਇੱਕਦਮ। ਉਡਾਰੀ ਐਵੇਂ ਮਾਰੀ ਜਿਵੇਂ ਕੋਈ ਪੰਛੀ ਆਕਾਸ਼ ਵਿੱਚ ਜਾਂਦਾ, ਆਕਾਸ਼ ਵਿੱਚ ਹੀ ਉੱਡ ਗਿਆ ਕਿ ਮੈਂ ਨਹੀਂ ਜੇ ਆਪਣਾ ਗੁਰੂ ਮੰਨਦਾ ਕਿ ਗ੍ਰਸਤੀ, ਮੈਂ ਨਹੀਂ ਜੇ ਗ੍ਰਸਤੀ ਅੱਗੇ ਝੁਕਦਾ। ਸਿਰ ਨਾਨਕ ਲੱਖ ਗਰਭ ਸਮੇਤਾ, ਕੌਸ ਉਡਾਏ ਕੋਵਣ ਹੇਤਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਅਸਲ ਵਿੱਚ ਮੰਨ ਤੇ ਗਿਆ ਹੈ, ਪਰ ਜਿਹੜਾ ਹੰਕਾਰ ਹੈ ਨਾ ਉਹ ਮੰਨਣ ਨਹੀਂ ਦਿੰਦਾ। ਹੰਕਾਰ ਸਿਰ ਦੇ ਵਿੱਚ ਚੜ੍ਹਿਆ ਪਿਆ ਹੈ, ਦਿਮਾਗ ਨੂੰ ਚੜ੍ਹਿਆ ਪਿਆ ਹੈ। और एक कहावत है कि लातों के भूत बातों से नहीं मानते। ਹੁਣ ਇਹ ਜੁੱਤੀਆਂ ਤੋਂ ਬਿਨਾਂ ਥੱਲੇ ਨੇ ਆਉਣਾ ਹੀ ਨਹੀਂ ਸੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਦੇ ਇੱਕ ਚਰਨ ਦੀ ਜਿਹੜੀ ਖੰਡਾਬ ਹੈ ਉਹ ਵੀ ਅਸਮਾਨ ਦੇ ਵਿੱਚ ਖੰਡਾਬ ਵੀ ਉੱਡ ਗਈ। ਲੱਗੇ ਜਾਏ ਕੈਸੇ ਸਮਝਾਰੇ, ਉੱਡਿਓ ਬਹੁਰ ਪੀਰਾ ਪੇ ਭਾਰੇ। ਇਹ ਭੰਗਰਨਾਥ ਆਕਾਸ਼ ਵਿੱਚ ਉੱਡ ਰਿਹਾ ਹੈ। ਸਤਿਗੁਰੂ ਜੀ ਖੜਾ ਜਾ ਕੇ ਤੇ ਸਿਰ ਦੇ ਵਿੱਚ ਜ਼ੋਰ ਦੀ ਠਾਹ ਵੱਜੀ, ਨਾਲੇ ਤੇ ਆਪਣੇ ਟਿੰਡ ਨੂੰ ਮਲੇ ਤੇ ਨਾਲੇ ਹੋਰ ਜ਼ੋਰ ਦੀ ਉੱਡੇ। ਤਹਿ ਤੇ ਉੱਚੇ ਗਈ ਖਰਾਏ, ਸਿਰ ਮੈਂ ਲਾਗੇ ਰਹੋ ਬਚਾਏ। ਇਹ ਹੋਰ ਤੇਜ਼ ਦੇ ਨਾਲ ਜਦੋਂ ਉੱਚਾ ਨੂੰ ਅਸਮਾਨ ਨੂੰ ਉੱਡਿਆ, ਕਹਿੰਦੇ ਖੜਾ ਹੁੰਦੇ ਤੋਂ ਉੱਚੀ ਫਿਰ ਗਈ, ਸਿਰ ਦੇ ਵਿੱਚ ਜਾ ਕੇ ਫਿਰ ਵੱਜੀ। ਅੱਗੋਂ ਹੱਥ ਕਰ ਕਰਕੇ ਬਚਾਉਣ ਦਾ ਯਤਨ ਤੇ ਕਰਦਾ ਰਿਹਾ। ਜਬ ਥਿਰ ਹੋਵੈ ਪੁਣ ਸਿਰ ਲਾਗੈ, ਹਟੇ ਨ ਕਸ ਜੇ ਅਪਰ ਦਿਸ ਭਾਗੈ।
ਹੁਣ ਜੇ ਉੱਚਾ ਉੱਡਦਾ ਹੈ ਤੇ ਤਾਂ ਵੀ ਸਿਰ 'ਚ ਵੱਜਦੀ ਹੈ, ਅੱਗੇ ਨੂੰ ਜਾਂਦਾ ਤਾਂ ਵੀ ਸਿਰ 'ਚ ਵੱਜਦੀ ਹੈ, ਇੱਕ ਥਾਂ ਤੇ ਖਲੋਂਦਾ ਤਾਂ ਵੀ ਖੜਾ ਸਿਰ 'ਚ ਵੱਜਦੀ ਹੈ। ਇਹ ਖੜਾ ਨਹੀਂ ਖੜਾ ਛੱਡਦੀ। ਸ੍ਰੀ ਨਾਨਕ ਕੇ ਦਿਸ ਜਬ ਆਵੈ, ਸਿਰ ਤੇ ਕੌਂਸ ਲੱਗਣ ਹਟ ਜਾਵੈ। ਤੇ ਜਦੋਂ ਕਦੋਂ ਮਾੜਾ ਜਿਹਾ ਮਨ ਬਦਲਦਾ ਕਿ ਇਹਨੇ ਮਾਰ ਦੇਣਾ ਹੈ, ਹੁਣ ਇਹ ਜੁੱਤੀਆਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਗੁਰੂ ਸਾਹਿਬ ਦੇ ਕੋਲ ਜਾਵਾਂ। ਇਹ ਥੋੜ੍ਹਾ ਜਿਹਾ ਪਿੱਛੇ ਨੂੰ ਹਟਦਾ ਗੁਰੂ ਸਾਹਿਬ ਜੀ ਵਾਲੇ ਪਾਸੇ, ਉਦੋਂ ਇਹ ਖੜਾ ਸਿਰ 'ਚ ਨਹੀਂ ਵੱਜਦੀ, ਖੜਾ ਵੀ ਰੁਕ ਜਾਂਦੀ ਹੈ। ਜਾਣਿਓ ਹਿਰਦੇ ਨਾ ਹਟਿਓ ਖੁਰਾਊ, ਕਰ ਬੋਹ ਰਹਿਓ ਚਲ ਤੋ ਪਾਊ। ਹੁਣ ਭੰਗਰਨਾਥ ਇਹ ਗੱਲ ਤੇ ਬਿਲਕੁਲ ਸਮਝੇ ਕਿ ਖੜਾ ਨਹੀਂ ਹਟਦੀ, ਇਹਨੇ ਕਿਸੇ ਪਾਸੇ ਨਹੀਂ ਜਾਣ ਦੇਣਾ, ਰੁਕਣ ਵੀ ਨਹੀਂ ਦਿੰਦੀ, ਉੱਡਣ ਵੀ ਨਹੀਂ ਦਿੰਦੀ। ਬੜੇ ਉਪਾਅ ਕੀਤੇ, ਬੜੇ ਮੰਤਰ ਜੰਤਰ ਕੀਤੇ, ਪਰ ਖੜਾ ਨੇ ਕਿਸੇ ਪਾਸੇ ਨਹੀਂ ਜਾਣ ਦਿੱਤਾ। ਪੇਰ ਪਾਏ ਹਿਰਦੇ ਪਛਤਾਨਾ, ਮਿਟਿਓ ਗਰਭ ਬਹੁ ਭਇਓ ਲਜ਼ਾਨਾ। ਕਹਿੰਦੇ ਸਿਰ ਦੇ ਵਿੱਚ ਵੱਜ ਵੱਜ ਕੇ ਖੜਾਵਾ ਸਿਰ ਸੁਜਾ ਦਿੱਤਾ, ਬੜੀ ਪੀੜ ਬੜੀ ਦਰਦ ਮਹਿਸੂਸ ਵੀ ਹੋਈ। ਫਿਰ ਪਛਤਾਉਂਦਾ ਹੈ, ਪਰ ਅੰਦਰ ਦਾ ਹੰਕਾਰ ਹੁਣ ਮਿਟ ਗਿਆ ਕਿ ਜਿਹੜੇ ਗੁਰੂ ਸਾਹਿਬ ਦੇ ਅੱਗੇ ਮੈਂ ਝੁਕਦਾ ਨਹੀਂ, ਉਹਨਾਂ ਦੀ ਤਾਂ ਮੈਂ ਇੱਕ ਜੁੱਤੀ, ਇੱਕ ਪੈਰ ਦੇ ਖੜਾ, ਉਹਨਾਂ ਦੇ ਚਰਨਾਂ ਦਾ ਜੋੜਾ, ਹਲੇ ਦੋ ਨਹੀਂ ਇੱਕੋ ਹੀ ਹੈ। ਮੈਂ ਤਾਂ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਤੇ ਗੁਰੂ ਸਾਹਿਬ ਦਾ ਕਿੱਥੋਂ ਕਰਾਂਗਾ। ਇਹ ਬੜਾ ਸ਼ਰਮਿੰਦਾ ਹੋਇਆ। ਅੰਦਰ ਦਾ ਹੰਕਾਰ ਜਿਹੜਾ ਸੀ, ਇਹ ਕਹਿ ਲਈਏ ਕਿ ਜੁੱਤੀਆਂ ਖਾ ਕੇ ਅੰਦਰੋਂ ਨਿਕਲ ਗਿਆ। ਹੋਏ ਦੇਨ ਆਵਤ ਭਇਓ ਜਹ ਬੇਦੇ ਕੁਲਦੀਪ। ਇਹ ਬੜਾ ਲਜਾਨਾ ਦਾ ਅਰਥ ਸ਼ਰਮਿੰਦਾ ਹੁੰਦਾ ਹੋਇਆ। ਦੀਨ ਹੋ ਕੇ ਉੱਥੇ ਆਇਆ ਜਿੱਥੇ ਬੇਦੇ ਗੁਲ ਤੇ ਦੀਪਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੈਠੇ ਨੇ। ਚਰਨ ਕਮਲ ਬੰਦਨ ਕਰੇ ਬੈਠੇ ਹੋਏ ਸਮੀਪ। ਇਸ ਭੰਗਰਨਾਥ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਬਾਕੀ ਸਾਰੇ ਸਿੱਧਾ ਨਾਲੋਂ ਹੁਣ ਅੱਗੇ ਆ ਕੇ ਗੁਰੂ ਸਾਹਿਬ ਦੇ ਕੋਲ ਹੀ ਬੈਠ ਗਿਆ ਹੈ ਕਿ ਜਿਵੇਂ ਹੁਣ ਸਭ ਤੋਂ ਜ਼ਿਆਦਾ ਸ਼ਰਧਾ ਮੇਰੇ ਵਿੱਚ ਹੀ, ਮੈਂ ਸਭ ਤੋਂ ਵੱਡਾ ਸਿੱਖ ਹਾਂ। ਇੰਨਾ ਦੇਣ ਹੋਇਆ। ਗੋਰਖ ਦੇਖ ਬਚਨ ਕੋ ਕਹੈ, ਯੋਂ ਕਰਵਾਏ ਬਿਨਾ ਨਾ ਰਹਿ। ਹੁਣ ਗੋਰਖਨਾਥ ਵੀ ਅੱਗੇ ਬੈਠਾ ਸੀ। ਗੋਰਖਨਾਥ ਕਹਿੰਦਾ ਭੰਗਰਨਾਥ ਕਿਉਂ ਜੁੱਤੀਆਂ ਖਾਣ ਤੋਂ ਬਿਨਾਂ ਰਹਿ ਨਹੀਂ ਨਾ ਹੁੰਦੀ, ਇਹ ਜੁੱਤੀਆਂ ਖਾਣੀਆਂ ਹੀ ਸਨ। ਯੋਂ ਕਰਵਾਏ ਬਿਨਾ ਨਾ ਰਹੇ, ਇਸ ਤਰ੍ਹਾਂ ਕਰਵਾਏ ਤੋਂ ਬਿਨਾਂ ਤੂੰ ਰਹਿਣਾ ਹੀ ਨਹੀਂ ਸੀ। ਕਲੇ ਕਾਲ ਮੈਂ ਸ੍ਰੀ ਕਰਤਾਰਾ, ਨਾਮ ਜਪਾਵਣ ਹਿਤ ਤਨ ਧਾਰਾ। ਹੁਣ ਗੋਰਖਨਾਥ ਕਹਿੰਦਾ ਹੈ ਭੰਗਰਨਾਥ, ਕਲੇ ਕਾਲ ਮੈਂ ਸ੍ਰੀ ਕਰਤਾਰਾ, ਇਸ ਕਲਯੁਗ ਦੇ ਸਮੇਂ ਉਹ ਸ੍ਰੀ ਕਰਤਾਰ ਜਿਹਨੂੰ ਤੂੰ ਵੀ ਜਪਣਾ ਹੈ, ਮੈਂ ਵੀ ਜਿਹਦਾ ਧਿਆਨ ਧਰਨਾ ਹੋ, ਉਹ ਆਪ ਹੀ ਨਾਮ ਜਪਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰਨ ਕਰਕੇ ਸੰਸਾਰ ਤੇ ਆਏ ਨੇ। ਇਹ ਉਹੀ ਨੇ। ਇਸ ਕੇ ਸਮਤਾ ਹੋਏ ਨਾ ਕੈਸੇ, ਬੰਧਨ ਕਰੋ ਭਲਾ ਹੋਏ ਜੈਸੇ। ਗੋਰਖਨਾਥ ਕਹਿੰਦਾ ਕਿ ਇਹਨਾਂ ਦੀ ਬਰਾਬਰੀ ਕਿਸੇ ਤਰੀਕੇ ਨਾਲ ਨਹੀਂ ਹੋ ਸਕਦੀ, ਰੱਬ ਦੀ ਬਰਾਬਰੀ ਵੀ ਕਰ ਸਕਦਾ ਹੈ। ਭੰਗਰਨਾਥ ਹੁਣ ਕੇਵਲ ਉੱਤੋਂ ਤੋਂ ਨਮਸਕਾਰ ਨਾ ਕਰੀ, ਸੱਚਮੁੱਚ ਨਮਸਕਾਰ ਕਰਦੇ, ਭਲਾ ਹੋਏਗਾ। ਨਿੱਕੇ ਬਚਨ ਸੁਣੋ ਪੁਨ ਕਹੋ, ਤਤ ਗਿਆਨ ਕੋ ਉਰ ਮੈਂ ਲਹੋ। ਗੋਰਖਨਾਥ ਕਹਿੰਦਾ ਭੰਗਰਨਾਥ ਹੁਣ ਜੇ ਭਲਾ ਚਾਹੁੰਦਾ ਨਾ, ਗੁਰੂ ਸਾਹਿਬ ਦੇ ਬਚਨ ਸੁਣੋ। ਕੁਝ ਜੇ ਮਨ ਦੇ ਵਿੱਚ ਸ਼ੰਕੇ ਨੇ, ਕੁਝ ਬਚਨ ਕਹੋ। ਨਿੱਕੇ ਬਚਨ ਸੁਣੋ ਪੁਨ ਕਹੋ, ਇਹ ਤਾਂ ਗੱਲ ਬਣਦੀ ਹੈ ਨਾ ਵਿਚਾਰ ਵਾਲੀ। ਸੋਹਣੇ ਬਚਨ ਕਹੋ, ਸੋਹਣੇ ਬਚਨ ਸੁਣੋ। ਕੁਝ ਪੁੱਛਣਾ ਤੇ ਪੁੱਛੋ, ਤੇ ਕੇਵਲ ਕਹੋ ਤੇ ਸੁਣੋ ਹੀ ਨਾ। ਤਤ ਗਿਆਨ ਕੋ ਉਰ ਮੈਂ ਲਹੋ। ਗੁਰੂ ਸਾਹਿਬ ਜੀ ਜਿਹੜਾ ਗਿਆਨ ਦੱਸਦੇ ਨੇ ਨਾ, ਤਤ ਦਾ ਦੱਸਦੇ ਨੇ, ਬਿਲਕੁਲ ਤਤ। ਉਹਨੂੰ ਹਿਰਦੇ ਵਿੱਚ ਧਾਰਨ ਵੀ ਕਰੋ। ਪੁਨ ਗੋਰਖ ਗੁਰ ਸੰਗ ਉਚਾਰਾ, ਕਲੇ ਕਾਲ ਮਹਿ ਕਿਆ ਵਰਤਾਰਾ। ਹੁਣ ਗੋਰਖਨਾਥ ਨੇ ਗੁਰੂ ਸਾਹਿਬ ਤੋਂ ਸਵਾਲ ਕੀਤਾ। ਇਹ ਸਾਰੇ ਸਵਾਲ ਜਿਹੜੇ ਨੇ ਸਿੱਧ ਗੋਸ਼ਟ ਵਿੱਚ ਨੇ।
ਸਤਿਗੁਰੂ ਜੀ ਇਸ ਕਲਯੁਗ ਦੇ ਸਮੇਂ ਕਲਯੁਗ ਦਾ ਵਰਤਾਰਾ ਕੀ ਹੈ, ਇੱਥੇ ਰਾਜਨੀਤਿਕ ਵਰਤਾਰਾ ਕੀ ਹੈ, ਇੱਥੇ ਪਰਿਵਾਰਕ ਵਰਤਾਰਾ ਕੀ ਹੈ, ਤੇ ਧਰਮ ਦੇ ਆਗੂ ਤੇ ਇਹ ਸਨ ਧਾਰਮਿਕ ਵਰਤਾਰਾ ਕੀ ਹੈ। ਹੁਣ ਇਹ ਗੋਰਖਨਾਥ ਨੇ ਸਵਾਲ ਕੀਤਾ ਹੈ, ਬੈਠੇ ਸਭ ਇਹ ਸਿੱਧ ਸਮੀਪਾ ਤਬ ਬੋਲੇ ਬੇਤੇ ਕੁਲਦੀਪਾ। ਸਾਰੇ ਸਿੱਧ ਕੋਲ ਬੈਠੇ ਸਨ। ਸਿੱਧਾਂ ਨੇ ਸਵਾਲ ਕੀਤਾ ਗੋਰਖਨਾਥ ਨੇ ਕਿ ਵਰਤਾਰਾ ਦੱਸੋ ਕਲਯੁਗ ਦੇ ਵਿੱਚ ਕੀ ਹੈ। ਇੱਥੇ ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ 3 ਸ਼ਲੋਕ ਉਚਾਰਨ ਕੀਤੇ। ਪਹਿਲੇ ਸ਼ਲੋਕ ਦੇ ਵਿੱਚ ਬਚਨ ਕੀਤੇ, ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਲ। ਹੁਣ ਸੱਚ ਕਾਲ ਕਹਿੰਦੇ ਕਲਯੁਗ ਦੇ ਵਰਤਾਰਾ ਇਹ ਹੈ ਕਿ ਕਾਲ ਪੈ ਗਿਆ ਹੈ ਸੱਚ ਦਾ। ਕੂੜ ਵਰਤਿਆ, ਸਾਰੇ ਪਾਸੇ ਕੂੜ ਦਾ ਹੀ ਵਰਤਾਰਾ ਹੋ ਗਿਆ ਹੈ। ਔਰ ਸੱਚ ਦੇ ਕਾਲ ਕਰਕੇ ਕਲ ਕਾਲਖ ਬੇਤਾਲ, ਇੰਨੀ ਕੂੜ ਦੇ ਕਾਲਖ ਹੈ। ਬੇਤਾਲ ਦਾ ਅਰਥ ਹੁੰਦਾ ਅਖਰੀ ਅਰਥ ਭੂਤਨਾ, ਕਿ ਸਾਰਾ ਸੰਸਾਰ ਹੀ ਭੂਤਨਾ ਬਣ ਗਿਆ ਹੈ। ਭੂਤ ਨੇ ਜਿਨ੍ਹਾਂ ਦੇ ਅੰਦਰ ਧਰਮ ਨਾ ਹੋਵੇ, ਜਿਨ੍ਹਾਂ ਦੇ ਅੰਦਰ ਸੱਚ ਨਾ ਹੋਵੇ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸ ਕਲਯੁਗ ਦੇ ਸਮੇਂ ਵਿੱਚ ਵੀ ਬੀਓ ਬੀਜ ਪਤ ਲੈ ਗਏ। ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਉਹ ਆਪਣੇ ਪੱਤ ਲੈ ਕੇ ਇੱਥੋਂ ਚਲੇ ਗਏ, ਪਰ ਜਿਨ੍ਹਾਂ ਨੇ ਬੀਜ ਬੀਜੇ ਨਹੀਂ ਅਬ ਕਿਉਂ ਉਗਵੈ ਦਾਲ, ਉਹ ਬੀਜ ਵੀ 2 ਫਾੜ ਹੋ ਗਿਆ, ਦੁਬਦਾ ਵਿੱਚ ਪੈ ਗਿਆ। ਹਿੰਦੂ ਕੇ ਮੁਸਲਮਾਨ, ਮੇਰਾ ਅੱਲਾ ਕਿ ਇਹਨਾਂ ਦਾ ਰਾਮ, ਤੇ 2 ਫਾੜ ਹੋਈ ਦਾਲ ਕਦੇ ਉਗਦੀ ਨਹੀਂ। ਦੂਸਰਾ ਸ਼ਲੋਕ ਗੁਰੂ ਸਾਹਿਬ ਜੀ ਨੇ ਉੱਥੇ ਵਰਤਾਰਾ ਕਲਯੁਗ ਦਾ ਕੀ ਹੈ ਇਹ ਦੱਸਿਆ ਕਿ ਕਲ ਕਾਤੇ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ। ਰਾਜੇ ਕਸਾਈ ਹੋ ਗਏ ਨੇ। ਕਲ ਕਾਤੇ ਰਾਜੇ ਕਸਾਈ, ਇਹਨਾਂ ਨੇ ਹੱਥਾਂ ਵਿੱਚ ਕੈਂਚੀਆਂ ਤੇ ਤਲਵਾਰਾਂ ਫੜਦੀਆਂ ਨੇ। ਰਾਜਾ ਹੁੰਦਾ ਪ੍ਰਜਾ ਦੀ ਰੱਖਿਆ ਵਾਸਤੇ, ਸੁੱਖ ਸਹੂਲਤਾਂ ਦੇਣ ਵਾਸਤੇ, ਪਰ ਜੇ ਰਾਜਾ ਹੀ ਕਸਾਈ ਬਣ ਜੇ ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਤੇ ਉਲਟੀ ਵਾੜ ਖੇਤ ਕੋ ਖਾਈ। ਇਹ ਰਾਜਨੀਤਿਕ ਵਰਤਾਰਾ ਸੀ। ਔਰ ਗੁਰੂ ਸਾਹਿਬ ਜੀ ਤੇ ਇੱਥੋਂ ਅੱਗੇ ਵੀ ਬਚਨ ਕਹੇ ਨੇ ਕਿ ਕੇਵਲ ਇੰਨਾ ਹੀ ਨਹੀਂ, ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ। ਰਾਜੇ ਖੂਨਖਾਰ ਸ਼ੇਰ ਬਣ ਗਏ ਨੇ। ਪੂਰੇ ਵਰਤਾਰਾ ਕੇਵਲ ਉਦੋਂ ਨਹੀਂ ਸੀ, ਅੱਜ ਵੀ ਹੈ, ਬਸ ਢੰਗ ਤਰੀਕੇ ਬਦਲੇ ਹੈ ਨਾ ਜੀ। ਖੂਨ ਰਾਜੇ ਉਦੋਂ ਵੀ ਪੀਂਦੇ ਸਨ, ਅੱਜ ਵੀ ਪੀਂਦੇ ਨੇ। ਔਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਕਿਉਂਕਿ ਪਾਵਨ ਬਚਨ ਜਿਹੜੇ ਜੁਗੋ ਜੁਗ ਅਟਲ ਨੇ ਕਿ ਰਾਜੇ ਸ਼ੀ ਮੁਕੱਦਮ ਕੁੱਤੇ। ਇਹਨਾਂ ਰਾਜਿਆਂ ਦੇ ਅੱਗੇ ਮੁਕੱਦਮ, ਅੱਜ ਦੇ ਕਹਿ ਲਈਏ ਕਿ ਜਿਹੜੇ ਮੰਤਰੀ ਸੰਤਰੀ ਬਣੇ ਨੇ ਉਹ ਕੁੱਤਿਆਂ ਦੀ ਤਰ੍ਹਾਂ ਨੇ। ਕਿਵੇਂ ਜੀ? ਕਹਿੰਦੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ। ਹੁਣ ਬੈਠੇ ਸੁੱਤੇ ਤੋਂ ਭਾਵੇਂ ਵੇਲਾ ਕੁ ਵੇਲਾ ਥੋੜ੍ਹੀ ਦੇਖਦੇ ਨੇ ਕਿ ਜਿੰਦੇ ਮਰਜ਼ੀ ਘਰ ਜਦੋਂ ਮਰਜ਼ੀ ਵੜ ਗਏ, ਜੋ ਮਰਜ਼ੀ ਲੁੱਟ ਕੇ ਲੈ ਗਏ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੇ ਰਾਜੇ ਨੇ ਇਹ ਖੂਨ ਪੀ ਗਏ। ਔਰ ਜਿਹੜੇ ਸ਼ੇਰ ਨੇ ਆਪ ਜੀ ਜਾਣਦੇ ਹੋ ਉਹ ਮਾਸ ਖਾਂਦੇ ਨੇ, ਜਦੋਂ ਫਿਰ ਛੱਡ ਜਾਂਦੇ ਨੇ ਬਚਿਆ ਖੁਜਿਆ, ਕੁੱਤੇ ਚੱਟ ਜਾਂਦੇ ਨੇ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਚਾਕਰ ਨਾਂਦਾ ਪਾਇਣ ਘਾਉ। ਇਹ ਚਾਕਰ ਜਿਹੜੇ ਨੌਕਰ ਨੇ ਇਹ ਕੁੱਤਿਆਂ ਦੀ ਉਹਨਾਂ ਨਿਉਂਦਰਾ ਵਰਗੇ ਬਣ ਗਏ ਕਿ ਰੱਤ ਪਿੱਤ ਕੁੱਤੇ ਚੱਟ ਜਾਓ, ਬਚਿਆ ਖੁਜਿਆ ਫਿਰ ਇਹ ਚੱਟ ਜਾਂਦੇ ਨੇ। ਹੁਣ ਵਰਤਾਰਾ ਉਦੋਂ ਵੀ ਸੀ ਤੇ ਅੱਜ ਵੀ ਇਹੀ ਹੈ ਨਾ ਜੀ ਕਿ ਸਾਰਾ ਕੁਝ ਵੇਚ ਕੇ ਵੱਡੇ ਖਾ ਗਏ, ਅੱਗੇ ਉਹਨਾਂ ਦੇ ਸੰਤਰੀ ਮੰਤਰੀ ਖਾ ਗਏ। ਇਹ ਕਹਿ ਲਈਏ ਕਿ ਜੋ ਜਿਹੜੇ ਉਹਨਾਂ ਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸ਼ਬਦ ਕੁੱਤੇ ਵਰਤਿਆ ਹੈ, ਔਰ ਖਿਮਾ ਕਰਨਾ ਅੱਜ ਦੇ ਉਹ ਪੁਲਿਸ ਹੈ, ਉਹਨਾਂ ਦੇ ਨੌਕਰ ਨੇ, ਉਹਨਾਂ ਦੇ ਮੁਲਾਜ਼ਮ ਨੇ, ਸਰਕਾਰੀ ਕਰਮਚਾਰੀ ਕਹਿ ਲਈਏ ਕਿ ਹਰ ਪਾਸੇ ਉਹ ਚੱਟਦੇ ਨਹੀਂ ਪਏ ਜੀ। ਹਰ ਕਿਸੇ ਨੂੰ ਕਿਤੇ ਤੋਂ 100 ਮਿਲ ਜੇ, 500 ਮਿਲ ਜੇ, ਭਾਵੇਂ ਤਨਖਾਹ ਲੱਖ ਵੀ ਹੋਵੇ,
ਪਰ ਆਦਤ ਉਵੇਂ ਦੀ ਪੈ ਗਈ ਹੈ। ਇਹ ਕਲਯੁਗ ਦਾ ਵਰਤਾਰਾ ਗੁਰੂ ਸਾਹਿਬ ਜੀ ਕਹਿੰਦੇ ਨੇ ਇਵੇਂ ਦਾ ਹੈ ਕਿ ਕਲ ਕਾਤੇ ਰਾਜੇ ਕਸਾਏ ਧਰਮ ਪੰਖ ਕਰ ਉੱਡ ਰਿਹਾ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਧਰਮ ਤੇ ਖੰਭ ਲਾ ਕੇ ਉੱਡ ਗਿਆ ਹੋਵੇ। ਗੋਰਖਨਾਥ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਹੀਂ ਕਹਿ ਚੜਿਆ। ਇੱਥੇ ਕਲਯੁਗ ਦੇ ਵਰਤਾਰਾ ਇਵੇਂ ਦਾ ਹੈ ਕਿ ਕੂੜ ਦੀ ਅਮਾਵਸ ਹੈ, ਕਾਲੀ ਗੋਲੀ ਰਾਤ ਹੈ ਕੂੜ ਦੀ। ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਆਉਂਦਾ। ਹੋ ਭਾਲ ਵਿਕੁੰਨੇ ਹੋਏ ਅੰਧੇਰੇ ਰਾਹ ਨ ਕੋਈ। ਵਿੱਚ ਹੋਮੈ ਕਰ ਦੁਖ ਰੋਏ ਕਹੋ ਨਾਨਕ ਕਿਨ ਬਿਨ ਗਤ ਹੋਏ। ਹੁਣ ਸਤਿਗੁਰੂ ਜੀ ਕਹਿੰਦੇ ਨੇ ਵਰਤਾਰਾ ਤੇਵੇਂ ਦਾ ਵੀ ਕਿਵੇਂ ਬਚਿਆ ਜਾਏ ਜਦੋਂ ਰਾਜੇ ਕਸਾਈ ਹੋ ਜਾਣਾ। ਉੱਥੇ ਗੁਰੂ ਸਾਹਿਬ ਨੇ ਤੀਸਰਾ ਸ਼ਲੋਕ ਫਿਰ ਉਚਾਰਨ ਕੀਤਾ, ਉਹਦੇ ਵਿੱਚੋਂ ਇੱਕ ਦੋ ਪੰਕਤੀ ਸਿਰਫ ਲੈਣੀਆਂ ਨੇ। ਸਤਿਗੁਰੂ ਜੀ ਨੇ ਇੱਕ ਪਾਵਨ ਬਚਨ ਕਿਹਾ ਕਿ ਅਸਲ ਵਿੱਚ ਵਰਤਾਰਾ ਤਿੰਨਾਂ ਤਰ੍ਹਾਂ ਦਾ ਸੀ। ਇੱਕ ਰਾਜਨੀਤਿਕ, ਦੂਜਾ ਪਰਿਵਾਰਿਕ, ਤੇ ਪਰਿਵਾਰਿਕ ਵਰਤਾਰਾ ਕੀ ਸੀ। ਉੱਥੇ ਗੁਰੂ ਸਾਹਿਬ ਨੇ ਪਾਵਨ ਸ਼ਬਦ ਵਰਤੇ, ਕਹਿੰਦੇ ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਿਆਦ। ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ। ਹੁਣ ਰੰਨਾ ਹੋਈਆਂ ਬੋਦੀਆਂ, ਬੋਦੀਆਂ ਦਾ ਅਰਥ ਸਲਾਹਕਾਰ। ਔਰ ਇੱਥੇ ਰੰਨਾ ਇਸਤਰੀ ਬੀਬੀ ਦੀ ਨਿੰਦਿਆ ਨਹੀਂ ਕੀਤੀ, ਪਰ ਜਿਹੜਾ ਵਰਤਾਰਾ ਸੀ ਅੱਜ ਵੀ ਹੈ ਕਿ ਨਾ ਵਿਆਹ ਆਈ ਘਰ ਦੇ ਵਿੱਚ ਉਹ ਨੂੰਹ ਜਿਹਨੇ ਸੱਸ ਨੂੰ ਇੱਕ ਖੁੰਝੇ ਲਾ ਦਿੱਤਾ ਕਿ ਇਹਦੇ ਨਾ ਸੁਣਨੀ ਹੈ ਨਾ ਕੁਝ ਦੱਸਣਾ ਹੈ। ਬਜ਼ੁਰਗਾਂ ਦੀ ਸਲਾਹ ਲੈਣੀ ਨਹੀਂ, ਬਸ ਉਹ ਜਿਹੜੇ ਸ਼ਯਾਦ ਸ਼ਿਕਾਰੀ ਹੋ ਗਏ ਪੁਰਸ਼ ਕਿ ਘਰ ਵਾਲੇ ਨੇ ਜੋ ਕੁਝ ਕਹਿ ਦਿੱਤਾ ਉਹ ਹੀ ਕੁਝ ਕਰਨਾ ਹੈ। ਨਾ ਸੀਲ ਰਹੀ ਨਾ ਸੋਚ ਰਹੀ। ਖਾਣਾ ਖਾਜ ਆਹਾਜ ਦੇ ਘਰਾਂ ਦੇ ਵਿੱਚ ਉਹ ਖਾਣਾ ਬਣਦਾ ਹੈ। ਲੁੱਟ ਘਸੁੱਟ ਦਾ ਜਿਹੜਾ ਨਹੀਂ ਬਣਨਾ ਚਾਹੀਦਾ। ਔਰ ਤੀਸਰੀ ਗੱਲ ਸੀ ਧਰਮ ਦੀ। ਧਰਮ ਦਾ ਵਰਤਾਰਾ ਕੀ ਹੈ। ਉੱਥੇ ਗੁਰੂ ਸਾਹਿਬ ਜੀ ਨੇ ਪਾਵਨ ਸ਼ਬਦ ਹੋਰ ਥਾਵਾਂ ਤੋਂ ਵੀ ਵਰਤੇ ਨੇ। ਕਹਿੰਦੇ ਕਾਦੇ ਕੂੜ ਬੋਲ ਮਨ ਖਾਏ ਬ੍ਰਾਹਮਣ ਨਹਾਵੇ ਜੀਆਂ ਘਾਏ। ਹੁਣ ਧਰਮ ਦੇ ਇਹ ਕਹਿ ਲਈ ਉਦੋਂ ਮੁਖੀ ਤਿੰਨ ਹੀ ਸਨ, ਜਾਂ ਸਿੱਧੇ ਸ਼ਬਦ ਵੀ ਵਰਤ ਲਈਏ ਕਿ ਧਰਮ ਦੇ ਠੇਕੇਦਾਰ ਤਿੰਨ ਹੀ ਸਨ। ਕਾਜੀ ਸਨ, ਪੰਡਤ ਸਨ, ਤੇ ਜਾਂ ਫਿਰ ਜੋਗੀ ਸਨ। ਸਤਿਗੁਰੂ ਜੀ ਕਹਿੰਦੇ ਨੇ ਧਰਮ ਦਾ ਵਰਤਾਰਾ ਤੇ ਇਵੇਂ ਦਾ। ਧਰਮ ਦੇ ਜਿਹੜੇ ਆਗੂ ਨੇ, ਕਾਦੀ ਨੇ, ਉਹ ਕੂੜ ਬੋਲ ਕੇ ਕੂੜ ਦੇ ਮੈਲ ਦੀ ਰਿਸ਼ਵਤ ਖਾ ਰਹੇ ਨੇ। ਬ੍ਰਾਹਮਣ ਨੇ ਜਿਹੜੇ ਉਹ ਜੀਆਂ ਦਾ ਘਾਣ ਕਰ ਰਹੇ ਨੇ, ਲੋਕਾਂ ਨੂੰ ਕੁਝ ਹੋਰ ਦੱਸਦੇ ਨੇ, ਆਪ ਕੁਝ ਹੋਰ ਕਰਦੇ ਨੇ। ਉਰੇ ਕੁਛ ਹੁੰਦਾ ਸੀ ਨਾ ਕਾਂਸੀ ਦੇ ਵਿੱਚ ਕਿ ਉੱਥੇ ਆਰਾ ਲਾਇਆ, ਲੋਕਾਂ ਨੂੰ ਕਹਿੰਦੇ ਇਸ ਆਰੇ ਵਾਲੇ ਖੂਹ ਦੇ ਵਿੱਚ ਛਾਲ ਮਾਰੋ ਤੁਹਾਨੂੰ ਮੁਕਤੀ ਮਿਲ ਜਾਏਗੀ। ਤੇ ਭਗਤ ਕਬੀਰ ਜੀ ਕਹਿੰਦੇ ਨੇ ਪੰਡਤ ਜੀ ਜੇ ਮੁਕਤੀ ਮਿਲਦੀ ਤੇ ਫਿਰ ਸਭ ਤੋਂ ਪਹਿਲਾਂ ਛਾਲ ਤੇ ਤੈਨੂੰ ਮਾਰਨੀ ਚਾਹੀਦੀ ਸੀ, ਕਿਉਂਕਿ ਘਾਣ ਜੀਆਂ ਦਾ ਕਰਦੇ ਰਹੇ। ਔਰ ਕੇਵਲ ਜਨਮ ਤੋਂ ਲੈ ਕੇ ਮੌਤ ਤੱਕ ਹੀ ਨਹੀਂ, ਅੱਜ ਵੀ ਕਰਦੇ ਨੇ। ਮੌਤ ਤੋਂ ਬਾਅਦ ਵੀ ਖੜਾ ਨਹੀਂ ਛੱਡਦੇ ਕਿ ਘੱਟੋ ਘੱਟ 1 ਸਾਲ ਤੋਂ ਹੋਰ ਰੱਜ ਕੇ ਅੱਜ ਇਹ ਸਰਾਧ ਆ ਗਏ ਜੀ, ਅੱਜ ਵਰੇਣਾ ਹੋ ਗਿਆ ਜੀ, ਅੱਜ ਬਰਸੀ ਹੋ ਗਈ ਜੀ, ਹੁਣ ਅਗਲੀ ਬਰਸੀ ਵੀ ਮਨਾਓ। ਔਰ ਉਸੇ ਬ੍ਰਾਹਮਣਵਾਦ ਦੇ ਵਿੱਚ ਅਸੀਂ ਵੀ ਫਸੇ ਹੀ ਹਾਂ, ਛੁੱਟੇ ਕੋਈ ਨਹੀਂ। ਫਿਰ ਬੇਨਤੀ ਕਰਦੇ ਕਿ ਅੰਤਿਮ ਅਰਦਾਸ ਆਪਾਂ ਕਹਿ ਦਿੰਦੇ ਹਾਂ, 10ਵੇਂ ਦਿਨ ਕੀਤੀ, 12ਵੇਂ ਦਿਨ ਕੀਤੀ, ਜਾਂ 13ਵੇਂ ਦਿਨ ਕੀਤੀ, ਕਿਉਂਕਿ ਇੱਥੇ ਗਿਣਤੀ ਦਿਨਾਂ ਦੇ ਵੀ ਕੋਈ ਨਹੀਂ। ਗੁਰਮਤਿ ਮਰਿਆਦਾ ਦੇ ਮੁਤਾਬਕ ਜਿੱਦਣ ਉਹ ਅੰਤਿਮ ਅਰਦਾਸ ਹੋ ਗਈ, ਇਹਦਾ ਮਤਲਬ ਉਸ ਮਰ ਚੁੱਕੇ ਪ੍ਰਾਣੀ ਦੇ ਨਿਮਿੱਤ ਅੱਜ ਤੋਂ ਬਾਅਦ ਕੋਈ ਕਰਮ ਨਹੀਂ ਕਰਨਾ। ਗੁਰੂ ਸਾਹਿਬ ਦੇ ਚਰਨਾਂ 'ਚ ਜੇ ਅਰਦਾਸ ਕਰ ਦਿੱਤੀ ਭਾਈ ਗੁਰੂ 'ਤੇ ਭਰੋਸਾ ਕਰ ਲਓ। ਸਾਰੀ ਸੰਗਤ ਨੇ ਕੀਤੀ, ਸੰਗਤ 'ਤੇ ਭਰੋਸਾ ਕਰ ਲਓ। ਪਰ ਕਿਉਂਕਿ ਬ੍ਰਾਹਮਣਵਾਦ ਵਿੱਚ ਫਸ ਗਏ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਾਦੇ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਘਾਏ। ਤੇ ਇਹਨਾਂ ਜੋਗੀਆਂ ਵਾਲੇ ਹੱਥ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੁਹਾਨੂੰ ਕਿਹੜੀ ਸਮਝ ਆ ਗਈ। ਜੋਗੀ ਜੁਗਤ ਨਾ ਜਾਣੇ ਅੰਧ, ਤੁਸੀਂ ਤੇ ਅਕਲ ਦੇ ਨਹੀਂ ਰਹੇ। ਤੁਹਾਨੂੰ ਨਾ ਜੁਗਤ ਦੇ ਜੋਗ ਦੀ ਜੁਗਤ ਦੀ ਸਮਝ ਲੱਗੇ, ਨਾ ਰੱਬ ਦੇ ਨਾਲ ਜੋਗ ਹੋਇਆ।
ਇੱਥੇ ਉਸ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਸ਼ਬਦ ਵੀ ਕਹੇ, ਕਹਿੰਦੇ ਜੋਗ ਨਾ ਪਾਇਆ ਜੁਗਤ ਗਵਾਈ। ਜੋਗ ਦਾ ਅੱਖਰੀ ਅਰਥ ਹੁੰਦਾ ਮਿਲਾਪ। ਰੱਬ ਦੇ ਨਾਲ ਜੋਗ ਤੇ ਨਹੀਂ ਹੋਇਆ, ਪਰ ਜੁਗਤ ਵੀ ਗਵਾ ਕੇ ਬਹਿ ਗਏ। ਇਸ ਪਰਿਵਾਰ ਦੇ ਵਿੱਚ ਰਹਿ ਕੇ, ਸੰਸਾਰ ਦੇ ਵਿੱਚ ਰਹਿ ਕੇ ਜਿਹੜਾ ਗਿਆਨ ਤੁਹਾਨੂੰ ਰੱਬ ਨੇ ਬਖਸ਼ਿਆ ਲੋਕਾਂ ਦੇ ਵਿੱਚ ਵੰਡਣਾ ਸੀ, ਪਰ ਤੁਸੀਂ ਇਹ ਜੁਗਤੀ ਨੂੰ ਜਾਣੇ ਹੀ ਨਾ, ਘਰ ਨੂੰ ਛੱਡ ਕੇ ਭਗੌੜੇ ਹੋ ਗਏ। ਕਹਿੰਦੇ ਜੋਗ ਨਾ ਪਾਇਆ ਜੁਗਤ ਗਵਾਏ, ਕਿਤ ਕਾਰਨ ਸਿਰ ਛਾਈ ਪਾਏ। ਵੱਡੀਆਂ ਵੱਡੀਆਂ ਜੜਾਵਾਂ ਵਿੱਚ ਪਾਈ ਹੋਈ ਸਵਾਹ। ਸਤਿਗੁਰ ਦੇ ਹੱਥ ਦੇ ਨਾਲ ਇਸ਼ਾਰਾ ਕਰਕੇ ਕਹਿੰਦੇ ਨੇ ਪਾਈਆ ਸਵਾਹ ਸਿਰ ਦੇ ਵਿੱਚ ਕਿਉਂ ਪਾਈ? ਰੱਬ ਨੇ ਕੇਸ ਦਿੱਤੇ ਸਨ, ਸੋਹਣੇ ਕੇਸਾਂ ਵਾਲੇ ਨੂੰ ਜਪਣਾ ਸੀ। ਔਰ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ, ਰੱਬ ਆਪ ਸੋਹਣੇ ਕੇਸਾਂ ਵਾਲਾ, ਤੂੰ ਸੋਹਣੇ ਕੇਸਾਂ ਨੂੰ ਸੋਹਣਾ ਸਵਾ ਕੇ ਰੱਖ। ਜਿੱਥੇ ਪਾਵਨ ਬਚਨ ਕਹਿੰਦੇ ਨੇ ਕੇਸੋਂ ਕੂਕੀ ਹੈ, ਸੋਹਣੇ ਕੇਸਾਂ ਵਾਲੇ ਨੂੰ ਪੁਕਾਰੀਏ, ਯਾਦ ਕਰੀਏ। ਤੁਸੀਂ ਸਵਾਈ ਪਾ ਕੇ ਬਹਿ ਗਏ। ਨਾਨਕ ਕਲ ਕਾ ਇਹ ਪ੍ਰਵਾਨ, ਆਪੇ ਆਖਣੇ ਆਪੇ ਜਾਣ। ਗੋਰਖਨਾਥ ਨੇ ਸਵਾਲ ਕੀਤਾ ਸੀ ਕਿ ਕਲਯੁਗ ਦਾ ਵਰਤਾਰਾ ਕੀ ਹੈ? ਸਤਿਗੁਰੂ ਜੀ ਕਹਿੰਦੇ ਬਸ ਇਹੀ ਵਰਤਾਰਾ ਹੈ, ਇਹ ਨਿਸ਼ਾਨੀ ਹੈ ਕਿ ਅਸਲ ਵਿੱਚ ਉਹ ਖੁਦਾ ਪਰਮੇਸ਼ਰ ਆਪ ਹੀ ਸਭ ਕੁਝ ਕਹਿੰਦਾ ਹੈ, ਆਪ ਹੀ ਕਰਦਾ ਤੇ ਆਪ ਹੀ ਜਾਣਦਾ ਹੈ। ਪੁਨ ਗੁਰ ਸਿੱਧ ਗੋਸ਼ਟ ਕਰੇ, ਸਿੱਧਣ ਕੇ ਦੁਬਦਾ ਸਭ ਹਰੇ। ਕਹਿੰਦੇ ਇੱਥੇ ਵੀ ਗੁਰੂ ਸਾਹਿਬ ਨੇ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ, ਸਿੱਧ ਗੋਸ਼ਟ ਕੀਤੀ, ਤੇ ਸਿੱਧਾਂ ਦੇ ਅੰਦਰ ਦੇ ਜਿੰਨੇ ਵੀ ਦੁਬਦਾ ਸੀ ਗੁਰੂ ਸਾਹਿਬ ਨੇ ਦੁਬਦਾ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਦੂਰ ਕੀਤੀ। ਪਦ ਪੰਕਜ ਪਾਰ ਬੰਧਨ ਕਰਹੀ, ਉਸਤਤ ਉਚਰ ਹਰਖ ਉਰ ਧਰਹੀ। ਕਹਿੰਦੇ ਹੁਣ ਭੰਗਰਨਾਥ ਸਮੇਤ, ਗੋਰਖਨਾਥ ਸਮੇਤ ਸਾਰਿਆਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਫਿਰ ਨਮਸਕਾਰ ਕੀਤੀ, ਔਰ ਸਾਰਿਆਂ ਨੇ ਸੱਚਮੁੱਚ ਨਿਮਰਤਾ ਦੇ ਵਿੱਚ ਆ ਕੇ ਗੁਰੂ ਸਾਹਿਬ ਦੀ ਉਸਤਤ ਫਿਰ ਕੀਤੀ ਕਿ ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਹਾਡੀ ਸਿੱਖੀ ਧੰਨ ਹੈ, ਤੁਹਾਡੇ ਸਿੱਖ ਧੰਨ ਨੇ। ਲਖਿਓ ਕਲੀ ਮਹਿ ਭਾ ਅਵਤਾਰਾ, ਤਰਨ ਕੇਣ ਤਨ ਸ੍ਰੀ ਕਰਤਾਰਾ। ਕਹਿੰਦੇ ਸਿੱਧਾਂ ਨੇ ਤੇ ਗੱਲ ਪੂਰੀ ਤਰ੍ਹਾਂ ਸਮਝ ਲਈ। ਲਖਿਓ ਦਾ ਭਾਵ ਸਮਝ ਲਈ ਕਿ ਇਸ ਕਲਯੁਗ ਦੇ ਸਮੇਂ ਪਰਮੇਸ਼ਰ ਨੇ ਆਪ ਹੀ ਧੰਨ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਰੀਰ ਧਾਰ ਕੇ ਇਸ ਸੰਸਾਰ ਤੇ ਨਾਮ ਜਪਾਉਣ ਲਈ ਆਏ ਨੇ। ਨਾਮ ਜਪਾਏ ਪੁਮਾਨ ਉਧਾਰੈ, ਜਹ ਤਹ ਕੀਰਤ ਧਰਮ ਬਿਥਾਰੈ। ਇਹ ਨਾਮ ਜਪਾ ਕੇ ਜਿੱਥੇ ਕਿਥੇ ਆਪਣੀ ਨਹੀਂ, ਕੀਰਤ ਧਰਮ ਬਿਥਾਰੈ, ਇਹਨਾਂ ਨੇ ਧਰਮ ਦੀ ਕੀਰਤੀ ਦਾ ਵਿਸਤਾਰ ਕਰਨਾ ਹੈ। ਇਹ ਗੱਲ ਉਹਨਾਂ ਨੇ ਸਮਝ ਲਈ ਹੈ। ਅੱਗੇ ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ, ਇੱਥੇ ਸਿੱਧਾਂ ਦੇ ਸਵਾਲ ਜਵਾਬ ਹੋਏ ਨੇ, ਸਿੱਧਾਂ ਨੇ ਹੁਣ ਇੱਥੋਂ ਚਲੇ ਜਾਣਾ ਹੈ। ਅੱਗੇ ਗੁਰੂ ਸਾਹਿਬ ਜੀ ਜਿਵੇਂ ਕਿਰਪਾ ਕਰਨਗੇ, ਉਹਨਾਂ ਦੇ ਚਰਨਾਂ ਦੇ ਵਿੱਚ ਉਹ ਬਾਲਕ ਵੀ ਬੈਠਾ ਹੈ ਜਿਹੜਾ ਅੱਗ ਦੇ ਵਿੱਚੋਂ ਬਾਹਰ ਨਿਕਲਿਆ ਹੈ, ਉਹਦੇ ਤੋਂ ਗੁਰੂ ਸਾਹਿਬ ਨੇ ਜੋ ਕਿਰਪਾ ਕਰਨੀ ਹੈ ਉਹ ਆਪਾਂ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਫੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ।